ਪਾਤਸ਼ਾਹ ਸਿਰ ਚਾਂਦ ਸ਼ਾਹੋ ਜਿਸ ਪਾਸ ਬੈਠਿਆ ਸੋਹੀਆ ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਚੌਥਾ। ਹਰ ਹਰ ਬੂੰਦ ਭਏ ਹਰ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ। ਹਰ ਹਰ ਕਿਰਪਾ ਕਰਹੁ ਪ੍ਰਭ ਆਪਣੀ ਮੁਖ ਦੇਵਹੁ ਹਰ ਨਿਮਖਾਤੀ। ਹਰ ਹਰ ਬੂੰਦ ਭਏ ਹਰ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ। ਹਰ ਹਰ ਕਿਰਪਾ ਕਰਹੁ ਪ੍ਰਭ ਆਪਣੀ ਮੁਖ ਦੇਵਹੁ ਹਰ ਨਿਮਖਾਤੀ। ਹਰ ਬਿਨ ਰਹਿ ਨਾ ਸਕੋ ਇਕ ਰਾਤੀ ਜਿਉ ਬਿਨ ਅਮਲੈ ਅਮਲੀ ਮਰ ਜਾਈ ਹੈ ਤਿਉ ਹਰ ਬਿਨ ਹਮ ਮਰ ਜਾਤੀ। ਰਹਾਉ ਤੁਮ ਹਰ ਸਰਵਰ ਅਤ ਅਗਾਹ ਹਮ ਲਹਿ ਨਾ ਸਕਹਿ ਅੰਤ ਮਾਤੀ। ਤੂ ਪਰ ਪਰ ਅਪਰੰਪਰ ਸੁਆਮੀ ਮਿਤ ਜਾਨੋ ਆਪਨ ਗਾਤੀ। ਹਰ ਕੇ ਸੰਤ ਜਨਾ ਹਰ ਜਪਿਓ ਗੁਰ ਰੰਗ ਚਲੂਲੈ ਰਾਤੀ। ਹਰ ਹਰ ਭਗਤ ਬਨੀਅਤ ਸੋਭਾ ਹਰ ਜਪਿਓ ਊਤਮ ਪਾਤੀ। ਆਪੇ ਠਾਕੁਰ ਆਪੇ ਸੇਵਕ ਆਪ ਬਨਾਵੈ ਭਾਤੀ। ਨਾਨਕ ਜਨ ਤੁਮਰੀ ਸਰਣਾਈ ਹਰ ਰਾਖੋ ਲਾਜ ਪਗਾਤੀ। ਆਪੇ ਠਾਕੁਰ ਆਪੇ ਸੇਵਕ ਆਪ ਬਨਾਵੈ ਭਾਤੀ। ਨਾਨਕ ਜਨ ਤੁਮਰੀ ਸਰਣਾਈ ਹਰ ਰਾਖੋ ਲਾਜ ਪਗਾਤੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ, ਆਪ ਵਡਭਾਗੇ ਹੋ। ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਪਾਵਨ ਸ੍ਰੀ ਮੁਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਦੇਸ਼ ਵਿਦੇਸ਼ਾਂ ਦੇ ਅੰਦਰ ਤਥਾ ਘਰਾਂ ਵਿੱਚ ਅਤੇ ਸਤਿਗੁਰਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਜੀ ਵਿਖੇ ਸਤਿਗੁਰਾਂ ਦੀ ਪਾਵਨ ਹਾਜ਼ਰੀ ਵਿੱਚ
ਜੁੜ ਬੈਠੇ ਹੋ। ਦੀਨ ਦੁਨੀਆ ਦੇ ਮਾਲਕ, ਹਲਤ ਪਲਤ ਦੇ ਰਾਖੇ, ਗਿਆਨ ਦੇ ਮਹਾਸਾਗਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦੇ ਇਹ ਪਾਵਨ ਹੁਕਮ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਆਪਾਂ ਨੂੰ ਬਖਸ਼ਿਸ਼ ਕੀਤੇ ਨੇ। ਧੰਨ ਗੁਰੂ ਰਾਮਦਾਸ ਜੀ ਦੇ ਤਾਏ ਦੇ ਪੁੱਤਰ ਭਰਾ ਭਾਈ ਸਹਾਰੀ ਮਲ ਜੀ ਸਤਿਗੁਰਾਂ ਦੇ ਪਾਸ ਸ੍ਰੀ ਅੰਮ੍ਰਿਤਸਰ ਸਾਹਿਬ ਆਏ। ਗੁਰਮਤਿ ਵਿਚਾਰਾਂ ਹੋਈਆਂ। ਸਹਾਰੀ ਮਲ ਜੀ ਨੇ ਪੁੱਛਿਆ, ਧੰਨ ਗੁਰੂ ਰਾਮਦਾਸ ਜੀ, ਆਪ ਜੀ ਦੀ ਪਰਮੇਸ਼ਰ ਨਾਲ ਕਿੰਨੀ ਕੁ ਪ੍ਰੀਤੀ ਹੈ? ਆਪ ਵਾਹਿਗੁਰੂ ਨਾਲ ਕਿੰਨਾ ਕੁ ਪਿਆਰ ਕਰਦੇ ਹੋ? ਤਾਂ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਇਹ ਪਾਵਨ ਸ਼ਬਦ ਉਚਾਰਨ ਕਰਕੇ ਆਪਣੇ ਭਰਾਤਾ ਭਾਈ ਸਹਾਰੀ ਮਲ ਜੀ ਨੂੰ ਵਾਹਿਗੁਰੂ ਨਾਲ ਆਪਣੀ ਪ੍ਰੀਤੀ ਦਰਸਾਈ ਹੈ ਕਿ ਸਾਡੀ ਪ੍ਰੀਤ ਇਸ ਤਰ੍ਹਾਂ ਦੀ ਹੈ ਜਿਵੇਂ ਚਾਤਰਿਕ ਦੀ ਪਪੀਏ ਦੀ ਸਵੰਤੀ ਬੂੰਦ ਨਾਲ ਹੈ, ਔਰ ਜਿਵੇਂ ਅਮਲੀ ਦੀ ਨਸ਼ੇ ਨਾਲ ਹੈ, ਅਤੇ ਜਿਵੇਂ ਸੰਗਤ ਜੀ ਹੰਸ ਦੀ ਸਰੋਵਰ ਨਾਲ ਹੈ, ਤੇ ਪਰਮੇਸ਼ਰ ਦੇ ਪਿਆਰਿਆਂ ਦੀ ਵਾਹਿਗੁਰੂ ਨਾਲ ਪ੍ਰੀਤੀ ਹੈ। ਸਤਿਗੁਰੂ ਜੀ ਕਹਿੰਦੇ ਨੇ, ਭਰਾਤਾ ਜੀ, ਸਾਡੀ ਉਸ ਵਾਹਿਗੁਰੂ ਨਾਲ ਐਸੀ ਪ੍ਰੀਤੀ ਹੈ। ਰਾਉ ਦੀਆਂ ਪੰਕਤੀਆਂ ਵਿੱਚ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ, ਹਰ ਬਿਨ ਰਹਿ ਨਾ ਸਕੋ ਇੱਕ ਰਾਤੀ। ਹੇ ਭਰਾਤਾ ਜੀ, ਮੈਂ ਹਰੀ ਪਰਮੇਸ਼ਰ ਤੋਂ ਬਗੈਰ ਇੱਕ ਰੱਤੀ ਭਰ ਵੀ ਰਹਿ ਨਹੀਂ ਸਕਦਾ, ਅਥਵਾ ਇੱਕ ਰਾਤੀ ਇੱਕ ਰਾਤ ਵੀ ਉਹਦੇ ਤੋਂ ਬਗੈਰ ਨਹੀਂ ਰਿਹਾ ਜਾ ਸਕਦਾ। ਐਸੀ ਪ੍ਰੀਤ ਵਾਹਿਗੁਰੂ ਦੇ ਨਾਲ ਸਾਡੀ ਲੱਗੀ ਹੋਈ ਹੈ। ਆਓ ਪਿਆਰ ਸਹਿਤ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਪਾਵਨ ਸ੍ਰੀ ਮੁਖ ਵਾਕ ਦੀ ਵਿਚਾਰ ਸਾਂਝੀ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ
ਮਹੱਲਾ ਚੌਥਾ। ਸੰਗਤ ਜੀ, ਰਾਗ ਧਨਾਸਰੀ ਵਿੱਚ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 668 ਤੇ ਸੁਭਾਇਮਾਨ ਹੈ। ਧਨਾਸਰੀ ਨੂੰ ਰਾਗਣੀ ਵੀ ਮੰਨਿਆ ਗਿਆ ਹੈ। ਜਿਵੇਂ ਸਤਿਗੁਰਾਂ ਨੇ ਗੁਰਬਾਣੀ ਵਿੱਚ ਵੀ ਜ਼ਿਕਰ ਕੀਤਾ ਹੈ, ਧਨਾਸਰੀ ਧਨਵੰਤੀ ਜਾਣੀਐ ਭਾਈ। ਇੱਥੇ ਧਨਾਸਰੀ ਜਿਹੜੀ ਹੈ ਇਹ ਰਾਗਣੀ ਹੈ, ਔਰ ਜਦੋਂ ਅਸੀਂ 31 ਰਾਗਾਂ ਦੀ ਗਿਣਤੀ ਕਰਦੇ ਹਾਂ ਤੇ ਉਹਦੇ ਵਿੱਚ ਇਹ ਰਾਗ ਮੰਨਿਆ ਜਾਂਦਾ ਹੈ। ਔਰ ਸਤਿਗੁਰਾਂ ਨੇ ਇਹ ਧਨਾਸਰੀ ਰਾਗ ਦਾ ਗਾਇਨ ਕਰਨ ਦਾ ਸਮਾਂ 12 ਤੋਂ 3 ਵਜੇ ਤੱਕ ਦਾ ਰੱਖਿਆ ਹੈ। ਗੁਰੂ ਕੇ ਕੀਰਤਨੀਏ ਧਨਾਸਰੀ ਰਾਗ 12 ਤੋਂ 3 ਵਜੇ ਤੱਕ ਗਾਇਨ ਕਰਦੇ ਨੇ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਹਰ ਹਰ ਬੂੰਦ ਭਏ ਹਰ ਸੁਆਮੀ। ਸੱਚੇ ਪਾਤਸ਼ਾਹ ਜੀ ਕਹਿੰਦੇ, ਹੈ ਭਰਾਤਾ ਜੀ, ਹਰ ਹਰ ਬੂੰਦ ਭਏ ਹਰ ਸੁਆਮੀ। ਹਰੇਕ ਜੀਵ ਨੂੰ ਹਰੇ ਭਰੇ ਕਰਨ ਵਾਲਾ ਜੋ ਹਰੀ ਮਾਲਕ ਹੈ, ਉਹ ਬੂੰਦ ਰੂਪ ਹੋ ਗਿਆ ਹੈ। ਉਹ ਚਾਤ੍ਰਿਕ ਦੀ ਪਿਆਸ ਬੁਝਾਉਣ ਵਾਂਗੂ ਸਵਾਂਤੀ ਬੂੰਦ ਬਣ ਗਿਆ ਹੈ। ਜਿਵੇਂ ਪਪੀਹਾ ਜਿਹੜਾ ਨਾ ਜੀ, ਇਹ ਆਪਣੀ ਪਿਆਸ ਮਿਟਾਉਣ ਵਾਸਤੇ ਪੁਕਾਰ ਕਰਦਾ ਹੈ, ਬਬੀਆ ਪਿਰੋ ਪਿਰੋ ਕਰੇ ਜਲ ਨਿਧ ਪ੍ਰੇਮ ਪਿਆਰ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਭਾਵੇਂ ਧਰਤੀ ਦੇ ਉੱਪਰ ਪਾਣੀ ਤਾਂ ਬਹੁਤ ਹੈ, ਪਰ ਸੰਗਤ ਜੀ ਉਹ ਬਬੀਆ ਜਿਹੜਾ ਨਾ ਉਹ ਪਾਣੀ ਪੀ ਨਹੀਂ ਸਕਦਾ। ਉਹਦੇ ਗਲੇ ਵਿੱਚ ਚੇਕ ਹੈ। ਉਹ ਜਦੋਂ ਨਦੀਆਂ ਨਾਲਿਆਂ ਦਾ ਪਾਣੀ ਪੀਂਦਾ ਹੈ ਨਾ, ਤੇ ਉਹ ਗਲ ਦੇ ਛੇਕ ਰਾਹੀਂ ਪਾਣੀ ਬਾਹਰ ਵਗ ਜਾਂਦਾ ਹੈ, ਉਹਦੇ ਅੰਦਰ ਨਹੀਂ ਜਾਂਦਾ। ਜਿੰਨਾ ਚਿਰ ਜਲ ਉਹਦੇ ਅੰਦਰ ਨਹੀਂ ਜਾਂਦਾ, ਓਨਾ ਚਿਰ ਉਹਦੀ ਪਿਆਸ ਨਹੀਂ ਮਿਟਦੀ। ਜਦੋਂ ਉਹ ਵਾਹਿਗੁਰੂ ਦੇ ਚਰਨਾਂ ਵਿੱਚ ਪੁਕਾਰ ਕਰਦਾ ਹੈ, ਬਿਰਲਾਪ ਕਰਦਾ ਹੈ, ਫਿਰ ਵਾਹਿਗੁਰੂ ਵੱਲੋਂ ਹੁਕਮ ਹੁੰਦਾ ਹੈ, ਮੇਘੇੜੋ ਫਰਮਾਨ ਹੋਆ ਵਰਸੋ ਕਿਰਪਾ ਧਾਰ। ਬੱਦਲਾਂ ਨੂੰ ਹੁਕਮ ਹੁੰਦਾ ਹੈ ਕਿ ਜਾਓ ਮੋਹਲੇ ਧਾਰ ਹੋ ਕੇ ਵਰਸੋ, ਤਾਂ ਕਿ ਬਬੀਏ ਦੀ ਪਿਆਸ ਮਿਟ ਜਾਵੇ। ਜਦੋਂ ਮੂੰਹ ਉੱਪਰ ਨੂੰ ਅੱਡ ਕੇ ਸੰਗਤ ਜੀ ਪੁਕਾਰ ਕਰਦਾ, ਤੇ ਉਹਦੇ ਮੂੰਹ ਵਿੱਚ ਜਿਹੜੀ ਕਣੀ ਪੈਂਦੀ ਹੈ ਉਹਨੂੰ ਸਵੰਤੀ ਬੂੰਦ ਕਿਹਾ ਜਾਂਦਾ ਹੈ। ਉਹਦੇ ਨਾਲ ਉਹਦੀ ਪਿਆਸ ਮਿਟ ਜਾਂਦੀ ਹੈ, ਉਹਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, हे ਭਰਾਤਾ ਜੀ, ਹਰੇਕ ਜੀਵ ਨੂੰ ਹਰੇ ਭਰੇ ਕਰਨ ਵਾਲੇ ਹਰੀ ਮਾਲਕ ਵਾਹਿਗੁਰੂ ਸਵਾਂਤੀ ਬੂੰਦ ਦੀ ਨਿਆਈ ਹੋ ਗਏ ਹਨ। ਹਮ ਚਾਤ੍ਰਿਕ ਬਿਲਲ ਬਿਲ ਲਾਤੀ।
ਤੇ ਅਸੀਂ ਚਾਤਰਿਕ ਬਾਬੀਏ ਦੀ ਤਰ੍ਹਾਂ ਔਰ ਬਿਲਲਿਆਂ ਦੀ ਤਰ੍ਹਾਂ ਬਿਲਲਾਤੀ ਵਿਰਲਾਪ ਕਰਦੇ ਹਾਂ। ਸੰਗਤ ਜੀ, ਜਿਨ੍ਹਾਂ ਦੇ ਅੰਦਰ ਵਾਹਿਗੁਰੂ ਮਿਲਾਪ ਦੀ ਤੜਪ ਹੈ, ਖਿੱਚ ਹੈ, ਉਹ ਰਾਤ ਦਿਨ ਉਹਨੂੰ ਮਿਲਣ ਵਾਸਤੇ ਵਿਰਲਾਪ ਕਰਦੇ ਨੇ। ਕਦੋਂ ਮਿਲੋਗੇ, ਕਦੋਂ ਮਿਲਾਪ ਹੋਵੇਗਾ ਮਹਾਰਾਜ? ਸੱਚੇ ਪਾਤਸ਼ਾਹ ਜੀ ਕਹਿੰਦੇ, ਜਿਵੇਂ ਬਿਲਲ ਨਾਮ ਬੱਚੇ ਦਾ ਹੈ, ਬੱਚਾ ਇੱਕੇ ਸਾਹੇ ਰੋਂਦਾ ਹੈ। ਕਈ ਵਾਰ ਆਪਾਂ ਵੇਖਦੇ ਨਾ, ਬੱਚੇ ਇੱਕ ਸਾਹੇ ਰੋਂਦੇ ਨੇ, ਉਹਨੂੰ ਬਿਲਲ ਕਹਿੰਦੇ ਨੇ। ਔਰ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਵੀ ਦਰਸਾਇਆ ਕਿ ਬਿਲਲ ਜਿਹੜੇ ਡਰ ਕਰਕੇ ਵਿੱਚੇ ਵਿੱਚ ਰੋਂਦੇ ਨੇ। ਕਈ ਵਾਰ ਬੱਚਿਆਂ ਨੂੰ ਆਪਣੇ ਮਾਤਾ ਪਿਤਾ ਦਾ ਭੈ ਹੀ ਇੰਨਾ ਹੁੰਦਾ ਹੈ, ਡਰ ਹੀ ਇੰਨਾ ਹੁੰਦਾ ਹੈ ਕਿ ਉਹ ਖੁੱਲ੍ਹ ਕੇ ਨਹੀਂ ਰੋਂਦੇ। ਉਹ ਵਿੱਚੇ ਵਿੱਚ ਹੀ ਡਸਕੋਰੇ ਲੈ ਲੈ ਕੇ ਰੋਈ ਜਾਂਦੇ ਨੇ। ਉਹਨਾਂ ਨੂੰ ਬਿਲਲ ਕਹਿੰਦੇ ਨੇ। ਤੇ ਸਤਿਗੁਰੂ ਜੀ ਕਹਿੰਦੇ ਨੇ, ਭਰਾਤਾ ਜੀ, ਅਸੀਂ ਬਬੀਏ ਦੀ ਨਿਆਈ ਔਰ ਬਿਲਲਿਆਂ ਦੀ ਤਰ੍ਹਾਂ ਬਿਲਲਾਤੀ ਵਿਰਲਾਪ ਕਰਦੇ ਹਰ ਹਰ ਕਿਰਪਾ ਕਰਹੁ ਪ੍ਰਭ ਆਪਣੀ। ਤੇ ਬੇਨਤੀ ਕੀ ਕਰਦੇ ਨੇ ਜੀ? ਹੇ ਪਾਪਾਂ ਦੇ ਹਾਰਕ ਨਾਸ ਕਰਨ ਵਾਲੇ ਹਰ ਵਾਹਿਗੁਰੂ ਜੀ, ਪ੍ਰਭੂ ਜੀ, ਸਾਡੇ ਤੇ ਆਪਣੀ ਕਿਰਪਾ ਕਰੋ, ਸਾਡੇ ਤੇ ਆਪਣੀ ਮਿਹਰ ਕਰੋ ਜੀ। ਮੁਖ ਦੇਵੋ ਹਰ ਨਿਮਖਾਤੀ। ਸੱਚੇ ਪਾਤਸ਼ਾਹ ਜੀ ਕਹਿੰਦੇ, ਸਾਡੀ ਬੇਨਤੀ ਹੈ ਵਾਹਿਗੁਰੂ ਦੇ ਚਰਨਾਂ ਵਿੱਚ, ਮਹਾਰਾਜ ਕਿਰਪਾ ਕਰੋ, ਸਾਡੇ ਮੁਖ ਵਿੱਚ ਆਪਣੇ ਨਾਮ ਦੀ ਸਵਾਂਤੀ ਬੂੰਦ ਨਿਮਕ ਮਾਤਰ ਪਾ ਦਿਓ, ਤਾਂ ਕਿ ਸਾਡੀ ਬਬੀਏ ਵਾਕੂ ਪਿਆਸ ਬੁਝ ਜਾਵੇ, ਸਾਡੇ ਮਨ ਨੂੰ ਸ਼ਾਂਤੀ ਆ ਜਾਵੇ, ਮਨ ਟਿਕਾਓ ਵਿੱਚ ਆ ਜਾਵੇ। ਮਹਾਰਾਜ, ਇਹ ਸਾਡੇ ਤੇ ਕਿਰਪਾ ਕਰੋ। ਸਤਿਗੁਰੂ ਜੀ ਕਹਿੰਦੇ, ਅਸੀਂ ਤਾਂ 24 ਘੰਟੇ ਅੱਠੇ ਪਹਿਰ ਵਾਹਿਗੁਰੂ ਤੋਂ ਇਹੀ ਮੰਗ ਕਰਦੇ ਹਾਂ। ਮਹਾਰਾਜ ਕਿਰਪਾ ਕਰੋ ਆਪਣੀ, ਤੇ ਸਾਡੇ ਮੁਖ ਵਿੱਚ ਨਿਮਕ ਮਾਤਰ ਆਪਣੇ ਨਾਮ ਦੀ ਸਵਾਂਤੀ ਬੂੰਦ ਪਾ ਦਿਓ ਜੀ। ਹਰ ਬਿਨ ਰਹਿ ਨਾ ਸਕੋ ਇੱਕ ਰਾਤੀ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਭਰਾਤਾ ਜੀ, ਹਰੀ ਪਰਮੇਸ਼ਰ ਤੋਂ ਬਗੈਰ ਅਸੀਂ ਰੱਤੀ ਭਰ ਵੀ ਨਹੀਂ ਰਹਿ ਸਕਦੇ। ਸੰਗਤ ਜੀ, ਭਗਤ ਕਬੀਰ ਸਾਹਿਬ ਜੀ ਖੱਡੀ ਦਾ ਕੰਮ ਕਰਿਆ ਕਰਦੇ ਸਨ, ਕੱਪੜਾ ਬੁਣਿਆ ਕਰਦੇ ਸੀ। ਤੇ ਇੱਕ ਦਿਨ ਉਹਨਾਂ ਦੀ ਮਾਤਾ ਨੇ ਕਿਹਾ, ਐ ਕਬੀਰ, ਤੂੰ ਇਹ ਤਾਣਾ ਬਾਣਾ ਸਭ ਕੁਝ ਛੱਡ ਬੈਠਾ ਹੈ, ਤੇ ਤੂੰ ਕੇਵਲ ਹਰੀ ਦਾ ਨਾਮ ਹੀ ਆਪਣੇ ਸਰੀਰ ਤੇ ਲਿਖ ਲਿਆ ਹੈ। ਇਹ ਬੱਚੇ ਕੀ ਕਰਨਗੇ? ਇਹ ਬਾਲਕ ਕਿਹਦੇ ਆਸਰੇ ਜਿੰਦਾ ਰਹਿਣਗੇ? ਭਗਤ ਜੀ ਨੇ ਰਾਗ ਗੂਜਰੀ ਵਿੱਚ ਜ਼ਿਕਰ ਕੀਤਾ ਹੈ, ਮੁਸ ਮੁਸ ਰੋਵੈ ਕਬੀਰ ਕੀ ਮਾਈ, ਇਹ ਬਾਰਕ ਕੈਸੇ ਜੀਵੈ ਰਗ ਰਾਈ, ਤਨਨਾ ਬੁਨਨਾ ਸਭ ਤਜਿਓ ਹੈ ਕਬੀਰ, ਹਰ ਕਾ ਨਾਮ ਲਿਖ ਲਿਓ ਸਰੀਰ।
हे ਅਕਾਲ ਪੁਰਖ ਵਾਹਿਗੁਰੂ, ਇਹ ਬੱਚੇ ਕਿਹਦੇ ਆਸਰੇ ਜਿੰਦਾ ਰਹਿਣਗੇ? ਕਬੀਰ ਜੀ ਨੇ ਤਾਂ ਤਨਣਾ ਬੁੜਨਾ ਸਾਰਾ ਤਿਆਗ ਦਿੱਤਾ ਹੈ ਤੇ ਮਾਲਾ ਹੱਥ 'ਚ ਪੜੀ ਹੈ ਤੇ ਅੱਟੇ ਪੈਰ ਰਾਮ 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 ਕਰੀ ਜਾਂਦੇ ਨੇ। ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ, ਮਾਂ ਤੂੰ ਰੋਇਆ ਨਾ ਕਰ, ਤੂੰ ਵਾਹਿਗੁਰੂ ਦਾ ਸ਼ੁਕਰਾਨਾ ਕਰਿਆ ਕਰ, ਵਾਹਿਗੁਰੂ ਨਾਲ ਜੁੜਿਆ ਕਰ, ਤੂੰ ਇਹਨਾਂ ਬੱਚਿਆਂ ਦਾ ਫਿਕਰ ਨਾ ਕਰਿਆ ਕਰ। ਹਮਰਾ ਇਨਕਾ ਦਾਤਾ ਏਕ ਰਘੁਰਾਈ, ਸਾਡਾ ਤੇ ਇਹਨਾਂ ਬੱਚਿਆਂ ਦੀ ਪਰਵਰਿਸ਼ ਕਰਨ ਵਾਲਾ ਇੱਕੋ ਹੀ ਇੱਕ ਦਾਤਾ ਵਾਹਿਗੁਰੂ ਪਰਮੇਸ਼ਰ ਹੈ। ਤੇ ਭਗਤ ਜੀ ਨੇ ਕਿਹਾ ਸੀ, ਜਦੋਂ ਭਗਤ ਜੀ ਦੀ ਮਾਤਾ ਨੇ ਕਿਹਾ ਨਾ, ਵੇਖ ਰਵਿਦਾਸ ਵੀ ਤਾਂ ਭਗਤ ਹੈਗਾ ਹੀ ਆ, ਉਹ ਨਾਲੇ ਆਪਣਾ ਕਾਰੋਬਾਰ ਵੀ ਕਰੀ ਜਾਂਦਾ ਹੈ, ਨਾਲੇ ਰਾਮ ਰਾਮ ਦਾ ਸਿਮਰਨ ਵੀ ਕਰੀ ਜਾਂਦਾ ਹੈ, ਤੂੰ ਕੋਈ ਨਵੇਕਲਾ ਭਗਤ ਥੋੜਾ ਪੈਦਾ ਹੋਇਆ ਹੈ। ਤੇ ਭਗਤ ਜੀ ਨੇ ਕਿਹਾ ਸੀ, ਮਾਂ ਜਬ ਲਗ ਤਾਗਾ ਬਾਹੋ ਬੇਹੀ, ਤਬ ਲਗ ਬਿਸਰੈ ਆਰਾਮ ਸਨੇਹੀ। ਮਾਂ ਜਦੋਂ ਮੈਂ ਨਲੀ ਦੇ ਵਿੱਚੋਂ ਸਾਹ ਦੇ ਨਾਲ ਧਾਗਾ ਖਿੱਚਦਾ ਹਾਂ ਨਾ, ਉਦੋਂ ਮੈਨੂੰ ਪਿਆਰਾ ਆਰਾਮ ਵਿਸਰ ਜਾਂਦਾ ਹੈ, ਭੁੱਲ ਜਾਂਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ, ਆਖਾਂ ਜੀਵਾਂ ਵਿਸਰੈ ਮਰ ਜਾਉ। ਪਰਮੇਸ਼ਰ ਦਾ ਆਕੜਾ ਹੀ ਸੰਗਤ ਜੀ ਜ਼ਿੰਦਗੀ ਹੈ। ਪਰਮੇਸ਼ਰ ਨੂੰ ਭੁਲਾ ਦੇਣਾ ਇਹੀ ਮੌਤ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਹਰੀ ਪਰਮੇਸ਼ਰ ਤੋਂ ਬਗੈਰ ਅਸੀਂ ਇੱਕ ਰੱਤੀ ਭਰ ਵੀ ਨਹੀਂ ਰਹਿ ਸਕਦੇ, ਇੱਕ ਰਾਤ ਵੀ ਉਹਦੇ ਤੋਂ ਬਗੈਰ ਸਾਡਾ ਗੁਜ਼ਾਰਾ ਨਹੀਂ। ਜਿਉ ਬਿਨ ਅਮਲੈ ਅਮਲੀ ਮਰ ਜਾਈ ਹੈ। ਬਾਬਾ ਫਰੀਦ ਜੀ ਨੇ ਵੀ ਇਹਦੇ ਬਾਰੇ ਜ਼ਿਕਰ ਕੀਤਾ। ਬਾਬਾ ਫਰੀਦ ਜੀ ਕਹਿੰਦੇ ਨੇ, ਅੱਜ ਨਾ ਸੁੱਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ, ਜਾਏ ਪੁੱਛੋ ਡੋਹਾਗਣੀ ਤੁਮ ਕਿਉ ਰੈਣ ਵਿਹਾਏ। ਬਾਬਾ ਜੀ ਕਹਿੰਦੇ, ਅੱਜ ਮੈਂ ਆਪਣੇ ਪਤੀ ਪਰਮੇਸ਼ਰ ਵਾਹਿਗੁਰੂ ਖੁਦਾ ਦੇ ਨਾਲ ਨਹੀਂ ਸੁੱਤੀ, ਭਾਵ ਸਿਮਰਨ ਭਜਨ ਨਹੀਂ ਕੀਤਾ, ਤੇ ਮੇਰਾ ਅੰਗ ਅੰਗ ਅੰਗੜਾਈਆਂ ਲੈਂਦਾ ਹੈ, ਆਕੜ ਲੈਂਦਾ ਹੈ। ਪਰ ਉਹਨਾਂ ਡੋਹਾਗੜਾਂ ਨੂੰ ਜਾ ਕੇ ਪੁੱਛੋ ਜਿਨ੍ਹਾਂ ਨੇ ਕਦੀ ਪਤੀ ਪਰਮੇਸ਼ਰ ਨੂੰ ਚੇਤੇ ਹੀ ਨਹੀਂ ਕੀਤਾ, ਉਹਨਾਂ ਦੀ ਜ਼ਿੰਦਗੀ ਰੂਪੀ ਰਾਤ ਕਿਵੇਂ ਬਤੀਤ ਹੋਈ। ਤਾਂ ਸਤਿਗੁਰੂ ਜੀ ਕਹਿੰਦੇ, ਅਸੀਂ ਇੱਕ ਰੱਤੀ ਭਰ ਵੀ, ਇੱਕ ਰਾਤ ਵੀ ਵਾਹਿਗੁਰੂ ਤੋਂ ਬਗੈਰ ਰਹਿ ਨਹੀਂ ਸਕਦੇ। ਜਿਉਂ ਬਿਨ ਅਮਲੇ ਅਮਲੀ ਮਰ ਜਾਈ ਹੈ। ਜਿਵੇਂ ਅਮਲੀ ਨਿਸ਼ਚਈ ਬੰਦਾ ਸੰਗਤ ਜੀ ਅਮਲ ਤੋਂ ਬਗੈਰ, ਨਸ਼ੇ ਤੋਂ ਬਗੈਰ ਮਰ ਜਾਂਦਾ ਹੈ। ਜੇ ਉਹਨੂੰ ਨਸ਼ਾ ਨਾ ਮਿਲੇ ਤੇ ਉਹਦੀ ਮੌਤ ਹੈ। ਜਿੰਨਾ ਚਿਰ ਉਹਨੂੰ ਨਸ਼ਾ ਮਿਲਦਾ ਰਹਿੰਦਾ ਹੈ, ਉਹਨਾਂ ਚਿਰ ਉਹ ਪ੍ਰਸੰਨ ਚਿੱਤ ਹੈ, ਖੁਸ਼ ਹੈ। ਪਰ ਜਦੋਂ ਨਸ਼ਾ ਨਹੀਂ ਮਿਲਦਾ, ਫਿਰ ਕਦੀ ਮਾਂ ਦੇ ਸਿਰ 'ਚ ਡਾਂਗ ਮਾਰਦਾ ਹੈ, ਕਦੀ ਪਿਓ ਦੇ ਸਿਰ 'ਚ ਮਾਰਦਾ ਹੈ, ਕਦੀ ਭਰਾਵਾਂ ਨਾਲ ਲੜਦਾ ਹੈ, ਕਦੀ ਭਾਂਡੇ ਚੁੱਕ ਕੇ ਵੇਚ ਆਉਂਦਾ ਹੈ, ਕਦੇ ਹੋਰ ਵਸਤੂਆਂ ਵੇਚ ਆਉਂਦਾ ਹੈ। ਉਹਨੇ ਪਰਿਵਾਰ ਨੂੰ ਸੂਲੀ ਤੇ ਟੰਗਿਆ ਹੁੰਦਾ ਹੈ। ਪਰਿਵਾਰ ਇੰਨਾ ਦੁਖੀ ਹੁੰਦਾ ਉਹਦੇ ਹੱਥੋਂ ਜਦੋਂ ਉਹਨੂੰ ਅਮਲ ਨਹੀਂ ਮਿਲਦਾ। ਤੇ ਸਤਿਗੁਰੂ ਜੀ ਕਹਿੰਦੇ, ਫਿਰ ਕੀ ਹੁੰਦਾ? ਮਰ ਜਾਈ ਹੈ। ਅਮਲ ਤੋਂ ਬਗੈਰ ਅਮਲੀ ਜਿਹੜਾ ਨਾ, ਨਸ਼ੇ ਤੋਂ ਬਗੈਰ ਨਸ਼ਈ ਬੰਦਾ ਮਰ ਜਾਂਦਾ। ਤਿਉ ਹਰ ਬਿਨ ਹਮ ਮਰ ਜਾਤੀ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਤੇਵੇਂ ਹੀ ਭਰਾਤਾ ਜੀ ਹਰੀ ਪਰਮੇਸ਼ਰ ਤੋਂ ਬਗੈਰ ਅਸੀਂ ਮਰ ਜਾਂਦੇ ਹਾਂ।
ਜਿੰਨਾ ਚਿਰ ਉਹਦਾ ਮਿਲਾਪ ਨਹੀਂ ਹੁੰਦਾ, ਜਿੰਨਾ ਚਿਰ ਉਹਦਾ ਸਿਮਰਨ ਭਜਨ ਨਹੀਂ ਕਰ ਲੈਂਦੇ, ਜਿੰਨਾ ਚਿਰ ਅਸੀਂ ਨਿਤਨੇਮ ਨਹੀਂ ਕਰ ਲੈਂਦੇ, ਜਿੰਨਾ ਚਿਰ ਬਾਣੀ ਨਹੀਂ ਪੜ੍ਹ ਲੈਂਦੇ, ਉਹਨਾਂ ਚਿਰ ਸਾਨੂੰ ਵੀ ਇਹੋ ਹੀ ਪ੍ਰਤੀਤ ਹੁੰਦਾ ਹੈ ਕਿ ਸਾਡੀ ਮੌਤ ਹੈ। ਤੇ ਜਿਵੇਂ ਅਮਲੀ ਨੂੰ ਅਮਲ ਮਿਲ ਜਾਵੇ, ਨਸ਼ਾ ਮਿਲ ਜਾਵੇ ਤੇ ਉਹ ਖੁਸ਼ ਹੈ ਨਾ, ਤੇ ਸਾਨੂੰ ਜਦੋਂ ਵਾਹਿਗੁਰੂ ਦਾ ਨਾਮ ਮਿਲ ਜਾਵੇ, ਸਿਮਰਨ ਭਜਨ ਮਿਲ ਜਾਵੇ, ਨਿਤਨੇਮ ਹੋ ਜਾਵੇ, ਫਿਰ ਸਾਨੂੰ ਵੀ ਖੁਸ਼ੀ ਹੈ। ਤੇ ਜਦੋਂ ਸਾਨੂੰ ਇਹ ਵਸਤੂ ਪ੍ਰਾਪਤ ਨਹੀਂ ਹੁੰਦੀ, ਨਿਤਨੇਮ ਦੀ, ਸਿਮਰਨ ਭਜਨ ਦੀ, ਸੇਵਾ ਦੀ, ਤੇ ਫਿਰ ਅਸੀਂ ਵੀ ਮਰ ਜਾਂਦੇ ਹਾਂ। ਵਾਹਿਗੁਰੂ ਤੋਂ ਬਗੈਰ ਤਾਂ ਮੌਤ ਹੈ। ਸੰਗਤ ਜੀ, ਪਰਮੇਸ਼ਰ ਦੇ ਸਿਮਰਨ ਭਜਨ ਤੋਂ ਬਗੈਰ ਤਾਂ ਜਿਉਂਦੀਆਂ ਲਾਚਾਂ ਹੀ ਤੁਰੀਆਂ ਫਿਰਦੀਆਂ ਨੇ। ਜਿਉਂਦੇ ਉਹੀ ਚੰਦਕ ਬੰਦੇ ਨੇ ਜਿਹੜੇ 24 ਘੰਟੇ ਵਾਹਿਗੁਰੂ ਦੇ ਸਿਮਰਨ ਵਿੱਚ ਜੁੜੇ ਹੋਏ ਨੇ, ਜਿਹੜੇ ਪਰਮੇਸ਼ਰ ਨੂੰ ਚੇਤੇ ਕਰਦੇ ਨੇ, ਆਰਾਧਦੇ ਨੇ ਨਾ, ਉਹ ਜਿਉਂਦੇ ਨੇ। ਬਾਕੀ ਤਾਂ ਸਾਰੀਆਂ ਜਿਉਂਦੀਆਂ ਲਾਸ਼ਾਂ ਨੇ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਹਰੀ ਪਰਮੇਸ਼ਰ ਵਾਹਿਗੁਰੂ ਤੋਂ ਬਗੈਰ ਸਾਡਾ ਵੀ ਇਉਂ ਹੀ ਮਰਨਾ ਹੋ ਜਾਂਦਾ ਹੈ, ਜਿਵੇਂ ਅਮਲੀ ਅਮਲ ਤੋਂ ਬਗੈਰ ਮਰਦਾ। ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਤੁਮ ਹਰ ਸਰਵਰ ਅਤ ਅਗਾਹ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੇ ਪਰਮੇਸ਼ਰ ਜੀ, ਹੇ ਵਾਹਿਗੁਰੂ ਜੀ, ਆਪ ਤਾਂ ਸਰਵਰ ਸਮੁੰਦਰ ਹੋ। ਮਹਾਰਾਜ, ਆਪ ਜੀ ਅਤ ਅਗਾਹ ਡੂੰਘੇ ਹੋ। ਆਪ ਜੀ ਦਾ ਕੋਈ ਅੰਤ ਨਹੀਂ ਪਾ ਸਕਦਾ। ਆਪ ਜੀ ਸਰਵਰ ਸਮੁੰਦਰ ਹੋ, ਮਾਨ ਸਰੋਵਰ ਹੋ, ਪਰ ਹੈ ਬਹੁਤ ਡੂੰਘੇ ਹੋ। ਹਮ ਲਹਿ ਨਾ ਸਕਹਿ ਅੰਤ ਮਾਤੀ। ਅਸੀਂ ਮਹਾਰਾਜ ਆਪ ਜੀ ਦਾ ਅੰਤ ਨਹੀਂ ਪਾ ਸਕਦੇ। ਸਾਡੀ ਮਾਤੀ ਜਿਹੜੀ ਬੁੱਧ ਹੈ ਨਾ, ਸਾਡੀ ਜਿਹੜੀ ਅਕਲ ਹੈ ਨਾ ਮਹਾਰਾਜ, ਉਹ ਆਪ ਜੀ ਦਾ ਅੰਤ ਨਹੀਂ ਪਾ ਸਕਦੀ। ਆਪ ਕਿੰਨੇ ਕੁ ਡੂੰਘੇ ਹੋ, ਚੌੜਾਈ ਵਿੱਚ ਕਿੰਨੇ ਹੋ। ਸੰਗਤ ਜੀ, ਸਮੁੰਦਰ ਦੀ ਮਿਣਤੀ ਤਾਂ ਕੋਈ ਕਰ ਸਕਦਾ ਹੈ, ਇਹ ਇੰਨਾ ਲੰਬਾ ਹੈ, ਇੰਨਾ ਚੌੜਾ, ਇੰਨਾ ਡੂੰਘਾ ਹੈ, ਪਰ ਉਸ ਵਾਹਿਗੁਰੂ ਦਾ ਕੋਈ ਅੰਤ ਨਹੀਂ ਪਾ ਸਕਦਾ। ਤੂੰ ਪਰ ਅਪਰੰਪਰ ਸੁਆਮੀ। ਹੇ ਅਪਰੰਪਰ ਸੁਆਮੀ ਮਾਲਕ ਜੀ, ਜਿਵੇਂ ਮਨੁੱਖਾਂ ਤੋਂ ਪਰੇ ਦੇਵਤੇ, ਦੇਵਤਿਆਂ ਤੋਂ ਪਰੇ ਉਹਨਾਂ ਦੇ ਗੁਰੂ ਆਦਿਕ ਨੇ, ਆਪ ਉਹਨਾਂ ਤੋਂ ਵੀ ਪਰੇ ਤੋਂ ਪਰੇ ਹੋ। ਸੰਗਤ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੇ ਮਾਲਕ, ਆਪ ਅਪਰੰਪਰ ਪਾਰ ਹੋ। ਆਪ ਜੀ ਦਾ ਕੋਈ ਅੰਤ ਨਹੀਂ ਪਾ ਸਕਦਾ ਤੇ ਪਰੇ ਤੋਂ ਪਰੇ ਹੋ। ਮਿਤ ਜਾਨੋ ਆਪਨ ਗਾਤੀ। ਜਿਵੇਂ ਸੰਗਤ ਜੀ, ਕੋਈ ਆਕਾਸ਼ ਦਾ ਅੰਤ ਨਹੀਂ ਪਾ ਸਕਦਾ। ਆਕਾਸ਼ ਦਾ ਕੋਈ ਅੰਤ ਨਹੀਂ ਪਾ ਸਕਦਾ। ਅਸੀਂ ਸੋਚਦੇ ਹਾਂ ਵੀ ਆਕਾਸ਼ ਅੰਮ੍ਰਿਤਸਰ ਤੋਂ ਬਾਹਰ ਧਰਤੀ ਨੂੰ ਲੱਗਾ ਹੋਵੇਗਾ। ਜਦੋਂ ਅਸੀਂ ਉੱਥੇ ਜਾ ਕੇ ਵੇਖਦੇ ਹਾਂ ਤੇ ਆਕਾਸ਼ ਉੱਥੇ ਵੀ ਇਸੇ ਤਰ੍ਹਾਂ ਹੀ ਉੱਚਾ ਹੈ। ਫਿਰ ਸਾਨੂੰ ਭੁਲੇਖਾ ਪੈਂਦਾ ਵੀ ਹੋਰ ਥੋੜ੍ਹਾ ਜਿਹਾ ਅੱਗੇ ਚਲੇ ਜੀ, ਉੱਥੇ ਆਕਾਸ਼ ਥੱਲੇ ਲੱਗਾ ਹੋਵੇਗਾ। ਇਉਂ ਹੀ ਪ੍ਰਤੀਤ ਹੁੰਦਾ ਨਾ ਜੀ। ਪਰ ਉਹ ਆਕਾਸ਼ ਜਿਹੜਾ, ਉਹ ਪਰੇ ਤੋਂ ਪਰੇ ਹੈ। ਆਕਾਸ਼ ਦੀ ਮਿਣਤੀ ਨਹੀਂ ਕੀਤੀ ਜਾ ਸਕਦੀ ਵੀ ਇਹ ਕਿੱਥੇ ਜਾ ਕੇ ਲੱਗਾ ਹੋਵੇਗਾ, ਕਿਹੜੇ ਦੇਸ਼ ਵਿੱਚ ਲੱਗਾ ਹੋਵੇਗਾ। ਤੇ ਵਾਹਿਗੁਰੂ ਦਾ ਅੰਤ ਕਿਵੇਂ ਪਾਇਆ ਜਾ ਸਕਦਾ ਹੈ। ਮਿਤ ਜਾਨੋ ਆਪਣ ਗਾਤੀ। ਗਾਤੀ ਦਾ ਅਰਥ ਹੈ ਮਿਲਾਪ, ਪ੍ਰਾਪਤੀ। ਮਹਾਰਾਜ ਆਪ ਜੀ ਦੀ ਪ੍ਰਾਪਤੀ ਦੀ ਜਿਹੜੀ ਮਿਤ ਮਰਜ਼ਾਦਾ ਹੈ ਨਾ, ਉਹਨੂੰ ਆਪ ਹੀ ਜਾਣਦੇ ਹੋ ਜੀ। ਹਰ ਕੇ ਸੰਤ ਜਨਾ ਹਰ ਜਪਿਓ। ਪਰਮੇਸ਼ਰ ਦੇ ਸੰਤ ਜਨਾਂ ਨੇ ਹਰੀ ਨੂੰ ਜਪਣਾ ਕੀਤਾ। ਗੁਰ ਰੰਗ ਚਲੂਲੇ ਰਾਤੀ। ਸੋ ਗੁਰ ਰੰਗ ਚਲੂਲੇ ਰਾਤੀ, ਗੁਰੂ ਨਾਲ ਰੰਗ ਪ੍ਰੇਮ ਕਰਕੇ। ਅਤੇ ਚਲੂਲੇ ਦਾ ਅਰਥ ਹੈ ਗੂੜਾ ਰੰਗ।
ਜਿਹਨੂੰ ਚੂਹ ਚੂਹਾ ਰੰਗ ਕਹਿ ਦਿੰਦੇ ਨੇ। ਸੰਗਤ ਜੀ ਜਿਹਨੂੰ ਮਜੀਠੀਆ ਰੰਗ ਕਹਿ ਦਿੰਦੇ ਨੇ, ਮਜੀਠਾ ਰੰਗ, ਪੱਕਾ ਰੰਗ। ਇੱਕ ਕਸੁੰਭਾ ਰੰਗ ਹੁੰਦਾ ਹੈ, ਉਹ ਛੇਤੀ ਲੱਥ ਜਾਂਦਾ ਹੈ, ਫਿਟਕ ਜਾਂਦਾ ਹੈ। ਪਰ ਜਿਹੜਾ ਮਜੀਠ ਰੰਗ ਹੈ ਨਾ, ਉਹ ਪੱਕਾ ਰੰਗ ਹੁੰਦਾ, ਉਹ ਲੱਥਦਾ ਨਹੀਂ, ਉਹ ਸਦੀਵ ਕਾਲ ਰਹਿਣ ਵਾਲਾ। ਇਸੇ ਤਰ੍ਹਾਂ ਰੰਗ ਚਲੂਲਾ ਰਾਤੀ, ਉਹ ਤਾਂ ਬਹੁਤ ਗੂੜ੍ਹੇ ਰੰਗ ਦੇ ਵਿੱਚ ਰੱਤੇ ਹੋਏ ਨੇ, ਤਦਾਕਾਰ ਨੇ। ਉਹਨਾਂ ਦੀ ਬੁੱਧ, ਉਹਨਾਂ ਦੀ ਮੱਤ ਵਾਹਿਗੁਰੂ ਪਰਮੇਸ਼ਰ ਦੇ ਰੰਗ ਵਿੱਚ ਰੰਗੀ ਹੋਈ ਹੈ। ਔਰ ਸੰਗਤ ਜੀ, ਜਿਵੇਂ ਸਤਿਗੁਰਾਂ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਨਾ, ਆਪਣੇ ਰੰਗ ਸਭ ਕੋ ਰਚੈ। ਸਭ ਕੋਈ ਆਪਣੇ ਆਪਣੇ ਰੰਗ ਵਿੱਚ ਰਚਿਆ ਹੋਇਆ ਹੈ। ਸਭ ਕੋਈ ਆਪੋ ਆਪਣੇ ਕੰਮ ਦੇ ਵਿੱਚ ਤਦਾਕਾਰ ਹੈ। ਪਰ ਹਰੀ ਦੇ ਸੰਤ ਜਨ ਜਿਹੜੇ ਨੇ ਨਾ, ਉਹ ਹਰੀ ਨੂੰ ਜਪਣ ਵਿੱਚ ਤਦਾਕਾਰ ਨੇ। ਉਹਨਾਂ ਦਾ ਕੰਮ ਜਪਣਾ, ਜਾਪ ਕਰਨਾ, ਵਾਹਿਗੁਰੂ ਦਾ ਸਿਮਰਨ ਕਰਨਾ। ਤੇ ਉਹ ਗੁਰੂ ਦੇ ਰੰਗ ਵਿੱਚ ਭਿੱਜ ਕਰਕੇ, ਗੁਰੂ ਨਾਲ ਮਿਲ ਕਰਕੇ ਸੰਗਤ ਜੀ ਬਹੁਤ ਗੂੜੇ ਚੂਹ ਚੂਹੇ ਰੰਗ ਵਿੱਚ ਰੱਤੇ ਹੋਏ ਨੇ। ਹਰ ਹਰ ਭਗਤ ਬਨੀ ਅਤ ਸੋਭਾ। ਹੇ ਹਰੇ ਭਰੇ ਕਰਨ ਵਾਲੇ ਹਰੀ ਪਰਮੇਸ਼ਰ ਜੀ, ਆਪ ਜੀ ਦੀ ਪ੍ਰੇਮਾ ਭਗਤੀ ਕਰਨ ਕਰਕੇ ਬਣੀ ਅਤ ਸੋਭਾ, ਅਤਿਅੰਤ ਸੋਭਾ ਪ੍ਰਾਪਤ ਹੋਈ ਹੈ। ਜਿਹੜੇ ਪ੍ਰੇਮਾ ਭਗਤੀ ਕਰਦੇ ਨੇ ਨਾ ਜੀ ਸੰਗਤ ਜੀ, ਉਹਨਾਂ ਨੂੰ ਫਿਰ ਸ਼ੋਭਾ ਪ੍ਰਾਪਤ ਹੁੰਦੀ ਹੈ। ਉਹਨਾਂ ਦੀ ਸਾਰੇ ਸੰਸਾਰ ਵਿੱਚ ਸ਼ੋਭਾ ਬਣ ਜਾਂਦੀ ਹੈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਆਪਾਂ ਕੱਲ ਗੁਰਪੁਰਬ ਮਨਾਇਆ, ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਿਤਨੀ ਪ੍ਰੇਮਾ ਭਗਤੀ ਕਰਦੇ ਨੇ। ਪ੍ਰੇਮਾ ਭਗਤੀ ਦਾ ਅਰਥ ਹੈ ਹਰੇਕ ਨਾਲ ਪਿਆਰ ਕਰਨਾ। ਸੰਗਤ ਜੀ, ਹਰੇਕ ਨਾਲ ਪ੍ਰੀਤ ਕਰਨੀ, ਭਾਵੇਂ ਕੋਈ ਮਾੜਾ ਹੋਵੇ, ਭਾਵੇਂ ਕੋਈ ਚੰਗਾ ਹੋਵੇ, ਹਰੇਕ ਨਾਲ ਪਿਆਰ ਕਰਨਾ, ਇਹਨੂੰ ਪ੍ਰੇਮਾ ਭਗਤੀ ਕਿਹਾ ਜਾਂਦਾ ਹੈ। 9 ਪ੍ਰਕਾਰ ਦੀ ਭਗਤੀ ਹੈ। 9 ਪ੍ਰਕਾਰ ਦੀ ਭਗਤੀ ਵਿੱਚੋਂ ਪ੍ਰੇਮਾ ਭਗਤੀ ਨੂੰ ਉੱਤਮ ਗਿਣਿਆ ਗਿਆ ਹੈ। ਇਹ ਸਭ ਤੋਂ ਸ੍ਰੇਸ਼ਟ ਭਗਤੀ ਹੈ। ਔਰ ਜਿਨ੍ਹਾਂ ਨੇ ਇਹ ਪ੍ਰੇਮਾ ਭਗਤੀ ਕੀਤੀ ਸੰਗਤ ਜੀ, ਉਹਨਾਂ ਦੀ ਸ਼ੋਭਾ ਸਭ ਤੋਂ ਉੱਤਮ ਬਣ ਗਈ। ਇਸੇ ਕਰਕੇ ਸਿੱਧ ਜਿਹੜੇ ਕਿਸੇ ਨੂੰ ਪਸੰਦ ਨਹੀਂ ਸੀ ਕਰਦੇ, ਉਹਨਾਂ ਨੇ ਆਖਿਆ ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਉਹਨਾਂ ਨੂੰ ਵੀ ਝੁਕਣਾ ਪਿਆ। ਉਹਨਾਂ ਨੇ ਵੀ ਕਿਹਾ ਧੰਨ ਗੁਰੂ ਨਾਨਕ ਸਾਹਿਬ ਜੀ, ਤੁਹਾਡੀ ਕਮਾਈ ਬਹੁਤ ਵੱਡੀ ਹੈ, ਬਹੁਤ ਵੱਡੀ ਕਮਾਈ ਹੈ। ਸਤਿਗੁਰੂ ਜੀ ਆਪ ਪਰਮੇਸ਼ਰ ਦਾ ਸਰਗੁਣ ਸਰੂਪ ਸਨ, ਪਰ ਸਾਨੂੰ ਜਾਚ ਸਿਖਾਉਣ ਵਾਸਤੇ, ਭਗਤੀ ਕਰਨ ਵਾਸਤੇ, ਵਾਹਿਗੁਰੂ ਨਾਲ ਇਕਮਿਕ ਹੋਣ ਵਾਸਤੇ, ਆਪਣੇ ਸਰੀਰ ਦੇ ਉੱਤੇ ਕਸ਼ਟ ਸਹਾਰ ਕੇ ਪ੍ਰਭੂ ਦੀ ਪ੍ਰਾਪਤੀ ਵਾਸਤੇ ਉਹਨਾਂ ਨੇ ਸਾਨੂੰ ਜਾਚ ਸਿਖਾਈ, ਰੋੜਾਂ ਦੀ ਗੁਰਕਰੀ ਵਿਛਾਈ। ਏਵਣਾਬਾਦ ਦੀ ਧਰਤੀ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਰੋੜਾਂ ਦੀ ਧਰਤੀ, ਰੋੜਾਂ ਦੀ ਛੇਜ ਵਿਛਾ ਕਰਕੇ ਉਹਦੇ ਉੱਤੇ ਪ੍ਰੇਮਾ ਭਗਤੀ ਕੀਤੀ। ਸਤਿਗੁਰੂ ਜੀ ਜਿੱਥੇ ਵੀ ਗਏ ਸੰਗਤ ਜੀ, ਉੱਥੇ ਹਰੇਕ ਜੀਵ ਨਾਲ ਪ੍ਰੇਮ ਕੀਤਾ। ਭਾਵੇਂ ਕੋਈ ਮਾਰਨ ਵੀ ਆਏ, ਉਹਨਾਂ ਨਾਲ ਵੀ ਪ੍ਰੇਮ ਕੀਤਾ ਹੈ। ਕਈਆਂ ਨੇ ਪੱਥਰਾਂ ਦੇ ਵਿੱਚ ਵੀ ਦੱਬ ਦਿੱਤਾ, ਉਹਨਾਂ ਨਾਲ ਵੀ ਪ੍ਰੇਮ ਕੀਤਾ ਹੈ। ਸਤਿਗੁਰੂ ਜੀ ਨੇ ਬੜੇ ਕਸ਼ਟ ਸਹਾਰੇ ਨੇ। ਸਿੱਖ ਧਰਮ ਐਵੇਂ ਪੈਦਾ ਨਹੀਂ ਹੋ ਗਿਆ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਪੜ੍ਹੀਏ ਨਾ ਸੰਗਤ ਜੀ, ਸਤਿਗੁਰੂ ਨਾਨਕ ਦੇਵ ਜੀ ਨੇ ਬੜੇ ਕਸ਼ਟ ਸਹਾਰੇ ਨੇ, ਬੜੇ ਬੋਲ ਕਬੋਲ ਸਹਾਰੇ ਨੇ, ਫਿਰ ਇਹ ਸਿੱਖ ਧਰਮ ਪੈਦਾ ਹੋਇਆ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਪ੍ਰੇਮਾ ਭਗਤੀ ਕੀਤੀ, ਉਹਨਾਂ ਦੀ
ਅਤਿਅੰਤ ਸੋਭਾ ਸੰਸਾਰ ਵਿੱਚ ਹੁੰਦੀ ਹੈ। ਹਰ ਜਪਿਓ ਊਤਮ ਪਾਤੀ। ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਦੀ ਪਾਤੀ ਪੰਗਤੀ ਉੱਤਮ ਹੈ, ਸਾਰਿਆਂ ਤੋਂ ਸ੍ਰੇਸ਼ਟ ਹੈ। ਉਹ ਹਰੀ ਵਾਹਿਗੁਰੂ ਨੂੰ ਜਪਦੇ ਨੇ। ਆਪੇ ਠਾਕੁਰ ਆਪੇ ਸੇਵਕ। ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਪਰਮੇਸ਼ਰ ਆਪ ਹੀ ਮਾਲਕ ਹੈ ਤੇ ਆਪ ਹੀ ਸੇਵਕ ਹੈ, ਅੰਤਰ ਕੋਈ ਨਹੀਂ। ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛਨਾ ਹੈ। ਜਿਵੇਂ ਪਾਣੀ ਤੇ ਪਾਣੀ ਦੇ ਉੱਤੇ ਤਰੰਗਾਂ ਜਿਹੜੀਆਂ ਪੈਦਾ ਹੋਈਆਂ ਉਹਨਾਂ ਦੇ ਵਿੱਚ ਕੋਈ ਅੰਤਰ ਨਹੀਂ, ਫਰਕ ਨਹੀਂ। ਪਾਣੀ ਦਾ ਰੂਪ ਨੇ ਪਾਣੀ ਤੋਂ ਵਿਛੜ ਕੇ ਉਹ ਤਰੰਗਾਂ ਬਣ ਗਈਆਂ। ਸੰਗਤ ਜੀ ਇਸੇ ਤਰ੍ਹਾਂ ਸੇਵਕ ਤੇ ਪਰਮੇਸ਼ਰ ਦੇ ਵਿੱਚ ਕੋਈ ਅੰਤਰ ਨਹੀਂ, ਪਰਮੇਸ਼ਰ ਦਾ ਰੂਪ ਹੀ ਨੇ। ਜਿਵੇਂ ਭਾਈ ਗੁਰਦਾਸ ਸਿੰਘ ਜੀ ਨੇ ਜ਼ਿਕਰ ਕੀਤਾ ਨਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਆਪ ਗੁਰੂ ਰੂਪ ਹੈ ਤੇ ਆਪ ਹੀ ਚੇਲਾ ਸਿੱਖ ਰੂਪ ਹੈ। ਆਪ ਹੀ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਹੈ ਤੇ ਆਪ ਹੀ ਮੁੜ ਪੰਜਾਂ ਪਿਆਰਿਆਂ ਦੇ ਸਨਮੁਖ ਹੋ ਕੇ ਆਖਿਆ ਮੈਨੂੰ ਵੀ ਅੰਮ੍ਰਿਤ ਛਕਾਓ। ਆਪ ਪੰਜਾਂ ਤੋਂ ਅੰਮ੍ਰਿਤ ਦੀ ਦਾਤ ਲਈ। ਇਹ ਸਾਰੇ ਕੌਤਕ ਨੂੰ ਵੇਖ ਕੇ ਕਵੀ ਵਾਹ ਵਾਹ ਕਰ ਉੱਠਿਆ। ਸਤਿਗੁਰੂ ਗੁਰੂ ਰਾਮਦਾਸ ਜੀ ਨੇ ਵੀ ਰਾਗ ਆਸਾ ਵਿੱਚ ਜ਼ਿਕਰ ਕੀਤਾ ਹੈ, ਗੁਰੂ ਸਿੱਖ, ਸਿੱਖ ਗੁਰੂ ਹੈ, ਏਕੋ ਗੁਰੂ ਉਪਦੇਸ਼ ਚਲਾਏ। ਸੰਗਤ ਜੀ ਗੁਰੂ ਸਿੱਖ ਸਰੂਪ ਹੈ ਤੇ ਸਿੱਖ ਗੁਰੂ ਸਰੂਪ ਹੈ, ਅੰਤਰ ਨਹੀਂ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਆਪ ਹੀ ਮਾਲਕ ਹੈ ਤੇ ਆਪ ਹੀ ਸੇਵਕ ਹੈ। ਆਪ ਬਣਾਵੈ ਭਾਤੀ। ਆਪ ਹੀ ਭਾਤੀ ਨਾਨਾ ਤਰ੍ਹਾਂ ਦੀ ਸ੍ਰਿਸ਼ਟੀ ਨੂੰ ਬਣਾਉਂਦਾ ਹੈ। ਅੰਡਜ, ਜੇਰਜ, ਸੇਤਜ, ਉਤਪੁਜ, ਇਹ ਜਿਹੜੀਆਂ ਚਾਰ ਖਾੜੀਆਂ ਨੇ, ਇਹਨਾਂ ਦੇ ਵਿੱਚੋਂ ਨਾਨਾ ਪ੍ਰਕਾਰ ਦੀ ਸ੍ਰਿਸ਼ਟੀ ਪੈਦਾ ਕਰਦਾ। ਨਾਨਕ ਜਨ ਤੁਮਰੀ ਸਰਣਾਈ। ਸੱਚੇ ਪਾਤਸ਼ਾਹ ਜੀ ਕਥਨ ਕਰਦੇ ਨੇ ਕਿ ਹੇ ਵਾਹਿਗੁਰੂ, ਦਾਸ ਨਾਨਕ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਕਹਿੰਦੇ ਨੇ ਮੈਂ ਤੁਹਾਡੀ ਸ਼ਰਨ ਵਿੱਚ ਆਇਆ। ਹਰ ਰਾਖੋ ਲਾਜ ਪਗਾਤੀ। ਹੇ ਹਰੀ ਪਰਮੇਸ਼ਰ ਜੀ, ਆਪ ਆਪਣੇ ਭਗਤਾਂ ਦੀ ਲਾਜ ਰੱਖਦੇ ਆਏ ਹੋ ਤੇ ਹੁਣ ਵੀ ਕਿਰਪਾ ਕਰੋ ਆਪਣੇ ਭਗਤ ਦੀ ਲਾਜ ਰੱਖੋ। ਹਰ ਜੁਗ ਜੁਗ ਭਗਤਿਓ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਜੁਗਾਂ ਜੁਗਾਂ ਦੇ ਵਿੱਚ ਭਗਤ ਪੈਦਾ ਕਰਕੇ ਵਾਹਿਗੁਰੂ ਆਪ ਹੀ ਉਹਨਾਂ ਦੀ ਲਾਜ ਪੱਤ ਰੱਖਦਾ ਆਇਆ ਹੈ। ਸੰਗਤ ਜੀ ਉਹਨਾਂ ਭਗਤਾਂ ਨੂੰ ਆਂਚ ਨਹੀਂ ਲੱਗਣ ਦਿੱਤੀ, ਉਹਨਾਂ ਦੀ ਪੱਤ ਆਵਰੂ ਪਰਮੇਸ਼ਰ ਨੇ ਆਪ ਰੱਖੀ। ਇਹ ਸਤਿਗੁਰਾਂ ਨੇ ਪਾਵਨ ਹੁਕਮਨਾਮੇ ਦੇ ਵਿੱਚ ਉਪਦੇਸ਼ ਬਖਸ਼ਿਸ਼ ਕੀਤਾ ਸੀ। ਆਓ ਚੱਲ ਰਹੀ ਲੜੀਵਾਰ ਦਾ ਪਾਵਨ ਸ਼ਬਦ ਸਰਵਣ ਕਰੀਏ ਜੀ। ਰਾਮ ਕਲੀ ਮਹੱਲਾ ਪੰਜਵਾ। ਰਾਮ ਕਲੀ ਰਾਗ ਵਿੱਚ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਕਿਛੂ ਕਾਜ ਨਾ ਕੀਓ ਜਾਨ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਮੈਂ ਆਪ ਜੀ ਦੀ ਪ੍ਰਾਪਤੀ ਵਾਸਤੇ ਕੋਈ ਵੀ ਚੰਗਾ ਕੰਮ ਕਰਨਾ ਨਹੀਂ ਜਾਣਦਾ। ਸੁਰਤ ਮਤ ਨਾਹੀ ਕਿਛ ਗਿਆਨ। ਨਾ ਹੀ ਸੱਚੇ ਪਾਤਸ਼ਾਹ ਜੀ ਵੇਦਾਂ ਦੀਆਂ ਸੁਰਤੀਆਂ ਪੜ੍ਹੀਆਂ ਨੇ, ਨਾ ਹੀ ਮੇਰੀ ਸੁਰਤ ਕੰਮ ਕਰਦੀ ਹੈ ਤੇ ਨਾ ਹੀ ਮੈਂ ਮਤ ਚੰਗੀ ਉਪਦੇਸ਼ ਨੂੰ ਪ੍ਰਾਪਤ ਕੀਤਾ ਹੈ, ਨਾ ਹੀ ਵੇਦ ਆਦਿਕ ਪੜ੍ਹਨੇ ਸਿੱਖੇ ਤੇ ਨਾ ਹੀ ਸ੍ਰੇਸ਼ਟ ਸਿੱਖਿਆ ਪ੍ਰਾਪਤ ਕੀਤੀ, ਨਾ ਹੀ ਕਿਛ ਗਿਆਨ ਤੇ ਨਾ ਹੀ ਮੈਨੂੰ ਕੋਈ ਗਿਆਨ ਹੈ। ਜਾਪ ਤਾਪ ਸੀਲ ਨਹੀਂ ਧਰਮ। ਸੱਚੇ ਪਾਤਸ਼ਾਹ ਜੀ, ਨਾ ਮੈਂ ਕੋਈ ਜਪ ਕੀਤਾ ਹੈ, ਨਾ ਮੈਂ ਕੋਈ ਤਪੱਸਿਆ ਕੀਤੀ ਹੈ, ਨਾ ਹੀ ਮੈਂ ਆਪਣੇ ਸੁਭਾਅ ਨੂੰ
ਨਰਮਤਾਈ ਵਿੱਚ ਰੱਖਿਆ ਤੇ ਨਾ ਹੀ ਮੈਂ ਕੋਈ ਧਰਮ ਧਾਰਨ ਕੀਤਾ। ਕਿਛੂ ਨਾ ਜਾਣੋ ਕੈਸਾ ਕਰਮ, ਸੱਚੇ ਪਾਤਸ਼ਾਹ ਜੀ ਮੈਂ ਕੋਈ ਕਰਮ ਕਾਂਡ ਆਦਿਕ ਵੀ ਨਹੀਂ ਜਾਣਦਾ। ਠਾਕੁਰ ਪ੍ਰੀਤਮ ਪ੍ਰਭ ਮੇਰੇ, ਹੇ ਮੇਰੇ ਮਾਲਕ ਪ੍ਰੀਤਮ ਪ੍ਰਭੂ ਜੀ, ਤੁਝ ਬਿਨ ਦੂਜਾ ਅਵਰ ਨਾ ਕੋਈ। ਮੈਂ ਤਾਂ ਕੇਵਲ ਤੁਹਾਨੂੰ ਜਾਣਦਾ ਹਾਂ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਆਇਆ। ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸਰਮਾ। ਸੱਚੇ ਪਾਤਸ਼ਾਹ ਮੈਂ ਨਾ ਕੋਈ ਜਾਪ ਤਾਪ ਜਾਣਦਾ ਹਾਂ, ਨਾ ਕੋਈ ਸੇਵਾ ਸਿਮਰਨ ਜਾਣਦਾ ਹਾਂ। ਮੈਂ ਤਾਂ ਤੁਹਾਡੀ ਸ਼ਰਨ ਪਿਆ ਹਾਂ ਤੇ ਸ਼ਰਨ ਪੈ ਦੀ ਲਾਜ ਰੱਖੋ। ਤੁਝ ਬਿਨ ਦੂਜਾ ਅਵਰ ਨਾ ਕੋਈ। ਮਹਾਰਾਜ ਤੁਹਾਡੇ ਤੋਂ ਬਗੈਰ ਹੋਰ ਕੋਈ ਦੂਜਾ ਹੈ ਨਹੀਂ। ਭੂਲਹਿ ਚੂਕਹਿ ਪ੍ਰਭ ਤੇਰੇ, ਸੱਚੇ ਪਾਤਸ਼ਾਹ ਜੀ ਅਸੀਂ ਭੁੱਲਣਹਾਰ ਹਾਂ। ਕਈ ਪ੍ਰਕਾਰ ਦੀਆਂ ਚੂਕਾਂ ਕਰਦੇ ਹਾਂ। ਮਹਾਰਾਜ ਹਾਂ ਤੁਹਾਡੇ ਮਾੜੇ ਹਾਂ, ਅਵਗੁਣਾਂ ਦੇ ਭਰੇ ਹਾਂ, ਅਪਰਾਧੀ ਹਾਂ, ਨਿੰਦਕ ਹਾਂ। ਮਹਾਰਾਜ ਤੁਹਾਡੇ ਹਾਂ, ਆਪ ਹੀ ਸਾਡੀ ਰੱਖਿਆ ਕਰੋ ਜੀ। ਰਹਾਉ ਵਿਸਰਾਮ ਦੇ ਕੇ ਫਰਮਾਉਂਦੇ ਨੇ, ਰਿੱਧ ਨਾ ਬੁੱਧ ਨਾ ਸਿੱਧ ਪ੍ਰਗਾਸ। ਸੱਚੇ ਪਾਤਸ਼ਾਹ ਜੀ ਨਾ ਮੇਰੇ ਕੋਲ ਕੋਈ ਰਿਧੀ ਹੈ, ਨਾ ਹੀ ਮੇਰੇ ਕੋਲ ਮਤ ਅਕਲ ਹੈ, ਤੇ ਨਾ ਹੀ ਮੇਰੇ ਕੋਲ ਕੋਈ ਸਿੱਧੀ ਆਦਿਕ ਦਾ ਪ੍ਰਗਾਸ਼ ਹੈ। ਵਿਖੈ ਬਿਆਦ ਕੇ ਗਾਵ ਮਹਿ ਬਾਸ। ਸੱਚੇ ਪਾਤਸ਼ਾਹ ਮੈਂ ਤਾਂ ਵਿਖੇ ਨਾਮ ਵਿਕਾਰਾਂ ਦਾ ਹੈ, ਵਿਕਾਰਾਂ ਅਤੇ ਵਿਆਹ ਨਾਮ ਦੁੱਖਾਂ ਦਾ ਹੈ। ਵਿਕਾਰਾਂ ਤੇ ਦੁੱਖਾਂ ਦਾ ਇਹ ਜਿਹੜਾ ਗਾਵ ਪਿੰਡ ਹੈ ਨਾ, ਸਰੀਰ, ਇਹਦੇ ਵਿੱਚ ਹੀ ਮੇਰਾ ਵਾਸ ਹੈ। ਮੈਂ ਇਹਦੇ ਵਿੱਚ ਨਿਵਾਸ ਰੱਖਦਾ ਹਾਂ। ਕਰਨਹਾਰ ਮੇਰੇ ਪ੍ਰਭ ਏਕ, ਹੇ ਮੇਰੇ ਇੱਕ ਪ੍ਰਭੂ ਵਾਹਿਗੁਰੂ ਜੀ ਆਪ ਕਰਨ ਵਾਲਿਓ। ਨਾਮ ਤੇਰੇ ਕੀ ਮਨ ਮਹਿ ਟੇਕ। ਮੇਰੇ ਮਨ ਵਿੱਚ ਤੁਹਾਡੀ ਇੱਕ ਟੇਕ ਓਟ ਆਸਰਾ ਹੈ। ਸੁਣ ਸੁਣ ਜੀਵੋ ਮਨ ਇਹੋ ਵਿਸਰਾਮ। ਮੈਂ ਆਪ ਜੀ ਦੇ ਨਾਮ ਨੂੰ ਸੁਣ ਸੁਣ ਕੇ ਜੀਉਂਦਾ ਹਾਂ। ਤੇ ਜਦੋਂ ਨਾਮ ਨੂੰ ਬੰਦਾ ਸੁਣਦਾ ਹੈ ਨਾ ਜੀ, ਫਿਰ ਸਹਿਜੇ ਸਹਿਜੇ ਕੀ ਹੁੰਦਾ ਹੈ, ਮਨ ਇਹੋ ਵਿਸਰਾਮ। ਇਹ ਜਿਹੜਾ ਮਨ ਹੈ ਇਹ ਵਿਸਰਾਮ ਵਿੱਚ ਟਿਕ ਜਾਂਦਾ ਹੈ, ਇਹ ਟਿਕਾਓ ਵਿੱਚ ਆ ਜਾਂਦਾ ਹੈ। ਫਿਰ ਇਹ ਦੌੜਦਾ ਨਹੀਂ, ਭੱਜਦਾ ਨਹੀਂ, ਫਿਰ ਸੰਗਤ ਜੀ ਟਿਕ ਜਾਂਦਾ, ਸ਼ਾਂਤ ਹੋ ਜਾਂਦਾ ਹੈ। ਪਾਪ ਖੰਡਨ ਪ੍ਰਭ ਤੇਰੋ ਨਾਮ। हे ਪ੍ਰਭੂ ਤੁਹਾਡਾ ਨਾਮ ਹੀ ਪਾਪਾਂ ਨੂੰ ਨਾਸ ਕਰਨ ਵਾਲਾ ਹੈ। ਤੂੰ ਅਗਨਤ ਜੀਅ ਕਾ ਦਾਤਾ। ਮਹਾਰਾਜ ਆਪ ਗਿਣਤੀਆਂ ਮਿਣਤੀਆਂ ਤੋਂ ਰਹਿਤ ਹੋ ਤੇ ਜੀਆਂ ਨੂੰ ਦਾਤਾਂ ਦੇਣ ਵਾਲੇ ਹੋ। ਜਿਸ ਹਿਜਣਾਵਹਿ ਤਿਨ ਤੂੰ ਜਾਤਾ। ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੂੰ ਤੁਸੀਂ ਆਪਣੇ ਸਰੂਪ ਜਣਾਉਂਦੇ ਹੋ, ਜਿਨ੍ਹਾਂ ਨੂੰ ਆਪਣੇ ਸਰੂਪ ਬਾਰੇ ਜਣਾਉਂਦੇ ਹੋ ਨਾ, ਦੱਸਦੇ ਹੋ, ਉਹੀ ਜਾਣਦੇ ਨੇ। ਜੋ ਉਪਾਇਓ ਤਿਸ ਤੇਰੀ ਆਸ। ਸੱਚੇ ਪਾਤਸ਼ਾਹ ਜੋ ਜੋ ਵੀ ਜੀ ਤੁਸੀਂ ਪੈਦਾ ਕੀਤੇ ਨੇ ਉਹ ਤੁਹਾਡੀ ਆਸ ਤੇ ਬੈਠੇ ਨੇ। ਸਭ ਕੋ ਆਸੇ ਤੇਰੀ ਬੈਠਾ। ਮਹਾਰਾਜ ਸਾਰੇ ਤੁਹਾਡੀ ਆਸ ਲਾ ਕੇ ਬੈਠੇ ਨੇ ਵੀ ਵਾਹਿਗੁਰੂ ਸਾਡੇ ਤੇ ਇਹ ਕਿਰਪਾ ਕਰੇਗਾ, ਵਾਹਿਗੁਰੂ ਸਾਡੇ ਤੇ ਇਹ ਕਿਰਪਾ ਕਰੇਗਾ। ਸਾਰਿਆਂ ਨੇ ਕੋਈ ਨਾ ਕੋਈ ਆਸ ਮਨ ਵਿੱਚ ਟਿਕਾਈ ਹੋਈ ਆ। ਸਗਲ ਅਰਾਧ ਹੈ ਪ੍ਰਭ ਗੁਣ ਤਾਸ। ਹੇ ਪ੍ਰਭੂ ਗੁਣਾਂ ਦੇ ਖਜ਼ਾਨੇ ਮਾਲਕ ਵਾਹਿਗੁਰੂ ਜੀ, ਸਾਰੇ ਆਪ ਜੀ ਦੀ ਅਰਾਧਨਾ ਕਰਦੇ ਨੇ। ਜੋ ਬੋਲਤਾ ਹੈ ਮਿਰਗ ਮੀਨ ਪੰਖੇਰੂ, ਸੋ ਬਿਨਾਂ ਹਰ ਜਾਪ ਹੈ ਨਹੀਂ ਹੋਰ। ਸੰਗਤ ਜੀ ਕੇਵਲ ਬੰਦੇ ਹੀ ਉਹਦਾ ਜਾਪ ਨਹੀਂ ਕਰਦੇ, ਜਾਨਵਰ ਪਸ਼ੂ ਪੰਛੀ ਵੀ ਉਹਨੂੰ ਜਪਦੇ ਨੇ। ਧਰਤੀ ਆਕਾਸ਼ ਵੀ ਉਹਨੂੰ ਜਪਦੀ ਹੈ, ਅਗਨੀ ਪਾਣੀ ਵੀ ਉਹਨੂੰ ਜਪਦਾ ਹੈ। ਸਤਿਗੁਰਾਂ ਨੇ ਗੁਰਬਾਣੀ ਵਿੱਚ ਇਹ ਸਾਰਾ ਦਰਸਾਇਆ। ਤੋ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਹੇ ਪ੍ਰਭੂ ਆਪ ਗੁਣਾਂ ਦੇ ਖਜ਼ਾਨੇ ਹੋ। ਸਾਰੇ ਆਪ ਜੀ ਦੀ ਅਰਾਧਨਾ ਕਰਦੇ ਨੇ, ਆਪ ਜੀ ਨੂੰ ਯਾਦ ਕਰਦੇ ਨੇ। ਨਾਨਕ ਦਾਸ ਤੇਰਾ ਕੁਰਬਾਨ। ਹਜੂਰ ਕਹਿੰਦੇ ਦਾਸ ਨਾਨਕ
ਤੇਰੇ ਤੋਂ ਕੁਰਬਾਨ ਜਾਂਦਾ। ਬੇਅੰਤ ਸਾਹਿਬ ਮੇਰਾ ਮਿਹਰਵਾਨ, ਮੇਰਾ ਮਾਲਕ ਬੇਅੰਤ ਹੈ, ਮੇਰੇ ਮਾਲਕ ਦਾ ਕੋਈ ਅੰਤ ਨਹੀਂ ਪਾ ਸਕਦਾ। ਸੰਗਤ ਜੀ, ਦੁਨੀਆ ਦੇ ਮਾਲਕਾਂ ਦਾ ਅੰਤ ਪਾਇਆ ਜਾਂਦਾ ਹੈ ਵੀ ਇਹਦੇ ਕੋਲ ਇੰਨਾ ਕੁ ਧਨ ਪਦਾਰਥ ਹੋਵੇਗਾ, ਇੰਨੀ ਕੁ ਜ਼ਮੀਨ ਜਾਇਦਾਦ ਹੋਵੇਗੀ, ਇਹ 200-400 ਕਰੋੜ ਦਾ ਮਾਲਕ ਹੋਵੇਗਾ, ਇਸ ਤੋਂ ਵੱਧ ਨਹੀਂ, ਉਹਦਾ ਅੰਤ ਪਾਇਆ ਜਾਂਦਾ ਹੈ। ਪਰ ਸਤਿਗੁਰੂ ਜੀ ਕਹਿੰਦੇ ਮੇਰਾ ਮਾਲਕ ਬੇਅੰਤ ਹੈ, ਮੇਰੇ ਮਾਲਕ ਦਾ ਕੋਈ ਅੰਤ ਨਹੀਂ ਪਾ ਸਕਦਾ, ਤੇ ਮੇਰਾ ਮਾਲਕ ਸੂਮ ਵੀ ਨਹੀਂਗਾ। ਇਹ ਨਹੀਂ ਵੀ ਦਾਨੀ ਦਾੜ ਮੰਗਦਾ ਤੇ ਉਹ ਹੱਥ ਘੁੱਟੇ, ਨਹੀਂ ਸੰਗਤ ਜੀ, ਜਿਹੜਾ ਪ੍ਰੇਮ ਨਾਲ ਉਹਨੂੰ ਚੇਤੇ ਕਰਦਾ ਹੈ, ਜਿਹੜਾ ਝੋਲੀ ਅੱਡ ਕੇ, ਮਨ ਦੀ ਝੋਲੀ ਅੱਡ ਕੇ ਉਹਦੇ ਕੋਲੋਂ ਮੰਗਦਾ ਹੈ ਨਾ, ਮੇਰਾ ਸਾਹਿਬ ਮਿਹਰਬਾਨ ਹੈ, ਮਿਹਰ ਕਰਨ ਵਾਲਾ ਹੈ, ਸਾਰਿਆਂ ਦੀਆਂ ਝੋਲੀਆਂ ਭਰਨ ਵਾਲਾ ਹੈ, ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ, ਤੇ ਉਹਦੇ ਭੰਡਾਰ ਵੀ ਅਣਗਿਣਤੀ ਭਰੇ ਹੋਏ ਨੇ, ਉਹਦੇ ਭੰਡਾਰ ਵੀ ਖਾਲੀ ਨਹੀਂ ਹੁੰਦੇ। ਤੋ ਸਤਿਗੁਰੂ ਕਿਰਪਾ ਕਰਨ, ਇਹ ਲੜੀਵਾਰ ਪਾਵਨ ਸ਼ਬਦ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਇੱਕ ਵਾਹਿਗੁਰੂ ਨਾਲ ਜੁੜਨ ਦਾ, ਸਿਮਰਨ ਭਜਨ ਕਰਨ ਦਾ, ਤੇ ਦਰਸਾਇਆ ਕਿ ਉਹ ਪਰਮੇਸ਼ਰ ਸਦਾ ਹੀ ਦਿਆਲੂ ਹੈ, ਬੇਅੰਤ ਹੈ, ਬੇਅੰਤ ਹੈ, ਉਹਦਾ ਕੋਈ ਅੰਤ ਨਹੀਂ ਪਾ ਸਕਦਾ। ਸੰਗਤ ਜੀ, ਅੰਤ ਕੋ ਚਾਹੜ ਜੋ ਗਏ ਸੇ ਆਏ ਅੰਤ ਗਵਾਏ, ਜਿਹੜੇ ਉਸ ਮਾਲਕ ਦਾ ਅੰਤ ਪਾਉਣ ਵਾਸਤੇ ਗਏ, ਉਹਨਾਂ ਦਾ ਆਪਣਾ ਅੰਤ ਹੋ ਗਿਆ, ਪਰ ਉਹ ਪਰਮੇਸ਼ਰ ਦਾ ਅੰਤ ਨਹੀਂ ਪਾ ਸਕੇ। ਪਰਮੇਸ਼ਰ ਬੇਅੰਤ ਹੈ, ਇਹ ਸਤਿਗੁਰਾਂ ਨੇ ਸਾਡੇ ਤੇ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰ, ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ। ਜੋ ਉਪਾਇਓ ਤਿਸ ਤੇਰੀ ਆਸ, ਸਗਲ ਅਰਾਧੇ ਪ੍ਰਭ ਗੁਣ ਦਾਸ। ਨਾਨਕ ਦਾਸ ਤੇਰਾ ਕੁਰਬਾਨ, ਬੇਅੰਤ ਸਾਹਿਬ ਮੇਰਾ ਮਿਹਰਬਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।